Hello dear students, very warm welcome once again in my channel. In today's video lesson, we are going to discuss unseen reading comprehension ਜੋ ਕਿ ਤੁਹਾਡਾ ਪਹਿਲਾ ਹੀ ਕੁਐਸਚਨ ਹੁੰਦਾ ਬੇਟਾ। ਦੋ ਪੈਰਾਗ੍ਰਾਫਸ ਹੁੰਦੇ ਨੇ, ਇੱਕ ਅਨਸੀਨ ਪੈਸੇਜ ਹੁੰਦਾ, ਮਲਟੀਪਲ ਚੁਆਇਸ ਵਾਲੇ 5 ਕੁਐਸਚਨ ਹੋਣਗੇ ਤੇ ਇੱਕ ਹੁੰਦਾ ਪਿਕਚਰ ਕੰਪਰੀਹੈਂਸ਼ਨ। ਠੀਕ ਹੈ, ਸੋ ਇਹ ਜਿਹੜੇ ਅਨਸੀਨ ਪੈਸੇਜ ਨੇ ਤੁਹਾਡੇ ਗ੍ਰਾਮਰ ਤੇ ਵੀ ਕੁਝ ਅਵੇਲੇਬਲ ਨੇ, ਐਜੂਕੇਅਰ ਐਪ 'ਤੇ ਵੀ ਅਵੇਲੇਬਲ ਨੇ ਬਹੁਤ ਸਾਰੇ। ਤੁਸੀਂ ਉੱਥੋਂ ਜਾ ਕੇ ਉੱਥੇ ਅਨਸੋਲਵਡ ਨੇ ਜਾ ਕੇ ਦੇਖ ਸਕਦੇ ਹੋ, ਸੋਲਵ ਕਰ ਸਕਦੇ ਹੋ। ਅਤੇ ਮੈਂ ਉਹ ਜਿਹੜੇ ਐਜੂਕੇਅਰ ਐਪ 'ਤੇ ਅਵੇਲੇਬਲ ਨੇ ਉਹਨਾਂ ਨੂੰ ਇੱਥੇ ਸੋਲਵ ਕਰਨ ਲਈ ਤੁਹਾਡੀ ਹੈਲਪ ਕਰ ਰਹੀ ਹਾਂ ਬੇਟਾ। ਇਸ ਵੀਡੀਓ 'ਚ 9th ਔਰ 10th ਦੋਨਾਂ ਕਲਾਸਾਂ ਲਈ ਇੰਪੋਰਟੈਂਟ ਨੇ ਇਹ। ਸੋ ਆਪਾਂ ਦੇਖਦੇ ਹਾਂ ਬੇਟਾ ਇਹ ਪੈਰਾਗ੍ਰਾਫਸ ਕਿਹੜੇ ਕਿਹੜੇ ਨੇ ਅਤੇ ਕੀ ਉਹਨਾਂ ਦੇ ਆਨਸਰਸ ਨੇ। ਹਾਂਜੀ ਬੇਟਾ, ਇਹ ਫਸਟ ਵਨ ਆ। ਇਸ ਤੋਂ ਪਹਿਲਾਂ ਆਪਾਂ ਸਟਾਰਟ ਕਰੀਏ ਅਤੇ ਆਪਾਂ ਪਹਿਲਾਂ ਕੁਐਸਚਨਸ ਦੇਖ ਲਈਏ ਤਾਂ ਕਿ ਫਿਰ ਜਦੋਂ ਅਸੀਂ ਪੈਰਾ ਪੜ੍ਹੀਏ ਤਾਂ ਆਨਸਰ ਜਲਦੀ ਨਾਲ ਲੱਭ ਜਾਣ। ਲਾਈਫ ਇਜ਼ ਮੀਨਿੰਗਫੁਲ ਮੀਨਿੰਗਲੈਸ ਵਿਦਾਊਟ ਵੇਅਰ ਆਰ ਮਸ਼ੀਨਸ ਫਾਊਂਡ। ਦੋ ਪੜ੍ਹ ਲਏ ਅਸੀਂ, ਹੁਣ ਅਸੀਂ ਪੈਰਾ ਪੜ੍ਹਦੇ ਹਾਂ ਅਤੇ ਜਿਹੜੀ ਸਾਨੂੰ ਕਿਤੇ ਗੱਲ ਲੱਗੂਗੀ ਕੋਈ ਅਸੀਂ ਉਹਨੂੰ ਨਾਲ ਦੀ ਨਾਲ ਫਾਈਂਡ ਆਊਟ ਕਰਦੇ ਜਾਵਾਂਗੇ। ਪੈਨ ਲੈ ਲਈਏ। ਓਕੇ, ਹਾਂਜੀ। ਦਿਸ ਇਜ਼ ਅ ਏਜ ਆਫ ਮਸ਼ੀਨਸ ਈਵਨ man has become a machine. He is busy in earning money all the 24 hours ਕਿੰਨੇ 24 hours ਕਮਾਉਂਦਾ ਉਹ of the day. He knows no rest and does not enjoy life. ਨਾ ਉਹ ਕੋਈ ਆਰਾਮ ਕਰਦਾ ਨਾ ਹੀ ਕੋਈ ਇੰਜੋਏ ਕਰਦਾ। He has completely forgotten the spiritual value. ਕਿਹਨੂੰ ਭੁੱਲ ਗਿਆ ਉਹ spiritual values ਨੂੰ। Machines are everywhere. Machines ਕਿੱਥੇ ਨੇ? ਹਰ ਜਗ੍ਹਾ ਨੇ। in field, in factory, in home and streets, in cities, in country, everywhere. What is he really happy? ਇੱਥੇ ਕੁਐਸਚਨ ਆ, is he really happy? ਕੀ ਉਹ ਸੱਚੀ ਖੁਸ਼ ਆ? The answer is very clear from his routine life. ਉਹਦੀ ਰੂਟੀਨ ਲਾਈਫ ਨੂੰ ਜੇ ਦੇਖੀਏ ਕਹਿੰਦੇ ਆਨਸਰ ਸਾਨੂੰ ਆਪਣੇ ਆਪ ਮਿਲ ਜਾਂਦਾ। he is really not happy, no doubt. he has no money, he has comforts. ਉਹਦੇ ਕੋਲ ਪੈਸੇ ਨੇ, ਉਹਦੇ ਕੋਲ ਆਰਾਮ ਆ, ਬਟ ਉਹ ਖੁਸ਼ ਨਹੀਂ ਹੈ। he enjoy the material goods but he has lost his link with nature. ਕੀ ਲੋਸਟ ਕੀਤਾ ਉਹਨੇ? ਲਿੰਕ ਵਿਦ ਨੇਚਰ। he lost his real happiness. ਅਤੇ ਆਪਦੀ ਅਸਲੀ ਖੁਸ਼ੀ ਖੋ ਲਈ। ਹੁਣ ਅਸੀਂ ਪੈਰਾ ਪੜ੍ਹ ਲਿਆ। ਲਾਈਫ ਇਜ਼ ਮੀਨਿੰਗਲੈਸ ਵਿਦਾਊਟ, ਸਾਡੇ ਕੋਲ ਆਪਸ਼ਨ ਦੀਆਂ ਮਨੀ, ਸਪਿਰਿਚੁਅਲ ਵੈਲਿਊਜ਼, ਕੰਫਰਟਸ, ਨਨ ਆਫ ਦੀਜ਼। ਕਾਹਦੇ ਬਿਨਾਂ ਲਾਈਫ ਮੀਨਿੰਗਲੈਸ ਆ? ਸਪਿਰਿਚੁਅਲ ਵੈਲਿਊਜ਼ ਦੀ ਗੱਲ ਹੋ ਰਹੀ ਹੈ ਇੱਥੇ ਬੇਟਾ। ਸੋ ਇਹਦਾ ਆਨਸਰ ਵੀ ਆਊਗਾ। ਵੇਅਰ ਆਰ ਮਸ਼ੀਨਸ ਫਾਊਂਡ। ਮਸ਼ੀਨਸ ਕਿੱਥੇ ਕਿੱਥੇ ਮਿਲ ਰਹੀਆਂ ਨੇ? ਇਨ ਐਗਰੀਕਲਚਰ ਫੀਲਡਸ, ਇਨ ਫੈਕਟਰੀਜ਼, ਇਨ ਆਵਰ ਹੋਮਸ, ਆਲ ਆਫ ਦੀਜ਼। ਸਾਰੇ ਕਿਤੇ ਮਿਲਦੀਆਂ ਨੇ, ਇਸ ਲਈ ਆਲ ਆਫ ਦੀਜ਼ ਹੈ ਇਹਦਾ ਆਨਸਰ ਬੇਟਾ। ਸੋ ਹੋ ਗਿਆ। ਚਲੋ ਹੁਣ ਆਪਾਂ ਥਰਡ ਕੁਐਸਚਨ ਚੈੱਕ ਕਰ ਲੈਂਦੇ ਹਾਂ। ਇਜ਼ ਦਾ ਮਾਡਰਨ ਮੈਨ ਡੈਸ਼ ਇਨ ਦਾ ਮਸ਼ੀਨ ਏਜ਼। ਮਸ਼ੀਨ ਵਿੱਚ ਹੈਪੀ ਆ ਉਹ, ਰੀਅਲ ਹੈਪੀ ਆ, ਸਮ ਬਟ ਹੈਪੀ ਆ, ਥੋੜ੍ਹਾ ਜਿਹਾ ਹੈਪੀ ਆ, ਨਨ ਆਫ ਦੀਜ਼। ਦੇਖੋ ਉੱਥੇ ਉਹਨਾਂ ਨੇ ਕਿਹਾ ਵੀ ਉਹ ਹੈਪੀਨੈਸ ਕੀ ਉਹ ਤਾਂ ਭੁੱਲ ਹੀ ਚੁੱਕਿਆ ਗਾ, ਹੈ ਨਾ, ਉਹ ਹੈਪੀ ਨਹੀਂ ਹੈ। ਸੋ ਡੀ ਇਹਦਾ ਆਨਸਰ ਆ, ਨਨ ਆਫ ਦੀਜ਼। ਹਾਊ ਮੈਨੀ ਆਰਸ ਇਨ ਡੇ ਡਜ਼ ਦਾ ਮਾਡਰਨ ਮੈਨ ਰਿਮੇਨ ਬਿਜ਼ੀ ਇਨ ਅਰਨਿੰਗ ਮਨੀ। ਦਿਨ ਵਿੱਚ ਕਿੰਨੇ ਘੰਟੇ ਮਨੀ ਕਮਾਈ ਜਾਂਦਾ? ਪਹਿਲਾਂ ਹੀ ਆਇਆ ਆਪਾਂ ਨੂੰ 24 ਘੰਟੇ ਲੱਗਿਆ ਰਹਿੰਦਾ ਹੈ ਨਾ। ਸੋ ਇਹਦਾ ਆਨਸਰ ਹੈ 24 hours। ਹਾਂਜੀ, ਫਿਫਥ ਵਨ, ਦਾ ਮਾਡਰਨ ਮੈਨ ਹੈਜ਼ ਬਿਕਮ ਵੈਰੀ ਰਿਚ, ਬਿਕਮ ਵੈਰੀ ਸਿਵਲਾਈਜ਼ਡ, ਲੋਸ ਲਿੰਕ ਵਿਦ ਨੇਚਰ, ਨਨ ਆਫ ਦੀਜ਼। ਹਾਂ, ਮਾਡਰਨ ਮੈਨ ਨੇ ਕੀ ਖਵਾ ਲਿਆ? ਲਾਸਟ ਲਿੰਕ ਵਿਦ ਨੇਚਰ। ਇਹਦੀ ਗੱਲ ਆਈ ਹੈ ਪੈਰਾਗ੍ਰਾਫ ਦੇ ਵਿੱਚ। ਸੋ ਇਹਦਾ ਆਨਸਰ ਹੈ ਬੇਟਾ। ਇਹ ਹੋ ਗਿਆ ਤੁਹਾਡਾ ਫਸਟ ਪੈਰਾਗ੍ਰਾਫ। 5-6 ਪੈਰਾਗ੍ਰਾਫ ਉੱਤੇ ਅਨਸੀਨ ਪੈਸੇਜ ਅਵੇਲੇਬਲ ਨੇ, ਉਹ ਆਪਾਂ ਸੋਲਵ ਕਰ ਰਹੇ ਹਾਂ। ਹਾਂਜੀ ਬੇਟਾ, ਨੈਕਸਟ ਪੈਰਾਗ੍ਰਾਫ ਆ ਗਿਆ। ਦੇਖੋ ਹੁਣ ਆਪਾਂ ਇਹਨੂੰ ਵੀ ਪੈਰਾਗ੍ਰਾਫ ਨੂੰ ਰੀਡ ਕਰ ਲਈਏ ਅਤੇ ਆਪਾਂ ਜਿਹੜੀਆਂ ਮੇਨ ਗਲਸ ਨੇ ਉਹ ਨੋਟ ਡਾਊਨ ਕਰਦੇ ਚੱਲਾਂਗੇ। ਇਸ ਲਈ ਆਪਾਂ ਪੈਨ ਲੈ ਲਈਏ। ਆ ਲਓ ਜੀ। ਦੇਅਰ ਆਰ ਵਾਈਲਡ ਡੋਗਸ ਐਂਡ ਪੈਟ ਡੋਗਸ। ਵਾਈਲਡ ਹੁੰਦੇ ਜੰਗਲੀ, ਜਿਹੜੇ ਕਿਸੇ ਦੇ ਪਾਲੇ ਹੋਏ ਨਹੀਂ ਰੱਖੇ ਹੋਏ। ਪੈਟ ਡੋਗਸ ਪਾਲਤੂ। ਪੈਟ ਡੋਗਸ ਆਰ ਹੈਲਪਰਸ ਐਂਡ ਫਰੈਂਡਸ ਟੂ ਪੀਪਲ। ਪੈਟ ਡੋਗ ਕੀ ਨੇ? ਹੈਲਪਰ ਨੇ ਲੋਕਾਂ ਦੇ ਅਤੇ ਫਰੈਂਡਸ ਨੇ। ਦੇ ਵਾਰ ਨੋ ਪੈਟ ਡੋਗਸ 15,000 ਈਅਰ ਅਗੋ। 15,000 ਸਾਲ ਪਹਿਲਾਂ ਕੋਈ ਪੈਟ ਡੋਗ ਨਹੀਂ ਸੀ ਹੁੰਦਾ। ਮੈਨ ਐਂਡ ਵਿਮਨ ਲਰਨਡ ਹਾਊ ਟੂ ਵਰਕ ਵਿਦ ਡੋਗਸ। ਬੰਦਿਆਂ ਅਤੇ ਬੁੜੀਆਂ ਨੇ ਸਿੱਖਿਆ ਕੁੱਤਿਆਂ ਦੇ ਨਾਲ ਕਿਵੇਂ ਕੰਮ ਕਰਨਾ। ਡੋਗ ਹੈਲਪਡ ਹਿਊਮਨ ਟਰੈਵਲ ਫਰੋਮ ਏਸ਼ੀਆ ਟੂ ਨਾਰਥ ਅਮਰੀਕਾ। ਕਿੱਥੇ ਉਹਨਾਂ ਨੇ ਹੈਲਪ ਕੀਤੀ ਟਰੈਵਲ ਕਰਨ 'ਚ? ਏਸ਼ੀਆ ਟੂ ਨਾਰਥ ਅਮਰੀਕਾ। 10,000 ਈਅਰ ਅਗੋ ਬਾਈ ਪੁਲਿੰਗ ਸਲੈਜ ਇਨ ਸਨੋ।
ਉਹ ਜਿਹੜੀ ਸਨੋ ਵਾਲੀ ਗੱਡੀ ਜੀ ਹੁੰਦੀ ਆ ਉਹ ਖਿੱਚਦੇ ਹੁੰਦੇ ਕੁੱਤੇ ਹੈ ਨਾ, ਉਹਦੇ ਰਾਹੀਂ। ਪੀਪਲ ਸੇ ਡੋਗਸ ਆਰ ਮੈਨਸ ਬੈਸਟ ਫਰੈਂਡ, ਲੋਕਾਂ ਦਾ ਕਹਿਣਾ ਕਿ ਡੋਗਸ ਨੇ ਜਿਹੜੇ ਬੰਦੇ ਦਾ ਸਾਰਿਆਂ ਨਾਲੋਂ ਵਧੀਆ ਮਿੱਤਰ ਨੇ। ਦੇ ਹੈਲਪ ਵਿਦ ਫਾਰਮਿੰਗ, they help with hunting, they help with fishing, they can pull things for people, they can help find things. They are many colors of dog, there are many colors of dog, there are white dog, grey dog, black dog, brown dog, there are very small dogs, they are only 6 to 8 ਇੰਚ, ਜਿਹੜੇ ਸਮਾਲ ਡੋਗ ਨੇ 6 ਤੋਂ ਲੈ ਕੇ 8 ਇੰਚ ਦੇ ਨੇ। they are very big dogs, they are about 3 feet tall, ਜਿਹੜੇ ਬਿਗ ਨੇ ਉਹ ਕਿੰਨੇ ਨੇ 3 feet tall ਨੇ। all can hear well, ਸਾਰੇ ਚੰਗੀ ਤਰੀਕੇ ਨਾਲ ਸੁਣ ਸਕਦੇ ਨੇ। they can hear sounds that people can't hear, they can hear high sound, high sounds ਨੂੰ ਉਹ hear ਕਰ ਸਕਦੇ ਨੇ। sand low sounds ਨੂੰ ਵੀ ਸੁਣ ਸਕਦੇ ਆ। they can hear sound very far away, ਬੜੀ ਦੂਰ ਤੋਂ ਸੁਣ ਲੈਂਦੇ ਨੇ। the dogs can smell very well, ਸਮੈਲ ਵੀ ਕਰ ਬਹੁਤ ਚੰਗੇ ਤਰੀਕੇ ਨਾਲ ਉਹ ਕਰ ਲੈਂਦੇ ਨੇ ਆਈਡੈਂਟੀਫਾਈ। they can smell 40 times better than human, ਬੰਦੇ ਨਾਲੋਂ 40 ਗੁਣਾ ਜ਼ਿਆਦਾ ਉਹ ਤੇਜ਼ੀ ਨਾਲ ਸਮੈਲ ਨੂੰ ਜੱਜ ਕਰ ਸਕਦੇ ਆ। dogs live 5 to 13 years, but some dogs live much longer, one dog lived to be 24 year old। ਉਹ ਕਹਿੰਦੇ 5 ਤੋਂ 13 ਸਾਲ ਜਿਉਂਦੇ ਨੇ, ਅਤੇ ਕੁਝ ਕੁੱਤੇ ਨੇ ਜਿਹੜੇ ਵੱਧ ਜਿਉਂ ਸਕਦੇ ਨੇ, ਜਿੱਦਾਂ ਕਿ 24 ਸਾਲ ਤੱਕ ਵੀ ਜਿਉਂ ਸਕਦੇ ਨੇ। ਸੋ ਇਹ ਹੋ ਗਿਆ ਤੁਹਾਡਾ ਪੈਰਾਗ੍ਰਾਫ, ਪੜ੍ਹ ਲਿਆ। ਜਿਹੜੀਆਂ ਮੇਨ ਗੱਲਾਂ ਸੀ ਅਸੀਂ ਸਮਝ ਲਈਆਂ। ਹੁਣ ਅਸੀਂ ਕੁਐਸਚਨਸ ਦੇਖਦੇ ਹਾਂ ਬੇਟਾ ਇਹਦਾ। ਵੇਟ ਪੈਨ ਲੈ ਲਈਏ। ਹਾਊ ਡਿਡ ਡੋਗਸ ਹੈਲਪ ਪੀਪਲ ਗੋ ਟੂ ਅਮਰੀਕਾ, ਅਮਰੀਕਾ ਜਾਣ ਲਈ ਲੋਕਾਂ ਦੀ ਕਿਵੇਂ ਮਦਦ ਕੀਤੀ। ਬਾਈ ਪੁਲਿੰਗ ਸਲੈਜ, ਇੱਥੇ ਸਪੈਲਿੰਗ ਗਲਤ ਨੇ, ਚਾਹੇ ਇਨ ਦਾ ਸਨੋ, ਹੈਲਪਿੰਗ ਵਿਦ ਫਾਰਮਿੰਗ, ਹੈਲਪਿੰਗ ਦੈਮ ਟੂ ਫਾਈਂਡ ਥਿੰਗਸ। ਹਾਲਾਂਕਿ ਗੱਲਾਂ ਇਹ ਵੀ ਸਾਰੀਆਂ ਸਹੀ ਨੇ, ਪਰ ਉਹਨਾਂ ਨੇ ਅਮਰੀਕਾ ਜਾਣ ਦੀ ਗੱਲ ਕੀਤੀ ਹੈ। ਸੋ ਫਸਟ ਵਨ ਦਾ ਆਨਸਰ ਆ। ਹਾਊ ਟਾਲ ਆਰ ਸਮਾਲੈਸਟ ਡੋਗ, ਸਮਾਲੈਸਟ ਡੋਗ ਕਿੰਨਾ ਟਾਲ ਹੁੰਦਾ। 6 ਇੰਚ ਦੀ ਗੱਲ ਹੋਈ ਹੈ। 6 to 8 ਇੱਥੇ 6 ਹੀ ਹੈ ਨਾ, ਸੋ ਸੀ ਇਜ਼ ਦਾ ਆਨਸਰ। ਹਾਊ ਟਾਲ ਆਰ ਦਾ ਬਿਗੈਸਟ ਡੋਗ, ਜਿਹੜੇ ਸਾਰਿਆਂ ਨਾਲੋਂ ਬਿਗੈਸਟ ਡੋਗ ਹੁੰਦੇ ਨੇ ਉਹ ਕਿੰਨੇ ਹੁੰਦੇ। 3 ਫੀਟ ਦੀ ਗੱਲ ਹੋਈ ਸੀ ਹੈ ਨਾ। ਵਟ ਕੈਨ ਆਲ ਡੋਗਸ ਡੂ ਵੈਲ, ਕੀ ਆ ਜਿਹੜੀ ਚੀਜ਼ ਦੋਨੋਂ ਕਰ ਸਕਦੇ ਨੇ। ਸੀ ਦੇਖ ਸਕਦੇ ਨੇ, ਹੀਅਰ ਸੁਣ ਸਕਦੇ ਨੇ, ਸਮੈਲ ਕਰ ਸਕਦੇ ਆ। ਹੀਅਰ ਵੀ ਕਰ ਸਕਦੇ ਆ, ਸਮੈਲ ਵੀ ਕਰ ਸਕਦੇ ਆ। ਸੋ ਇਹ ਆ ਬੀ ਐਂਡ ਸੀ ਵਾਲਾ ਆਨਸਰ, ਡੀ ਆਨਸਰ ਇਹਦਾ ਵਿੱਚ। ਹਾਊ ਓਲਡ ਵਾਜ਼ ਦਾ ਓਲਡੈਸਟ ਡੋਗ, ਜਿਹੜਾ ਸਾਰਿਆਂ ਨਾਲੋਂ ਵੱਡਾ ਵੱਧ ਚਿਰ ਜਿਉਣ ਵਾਲਾ ਕਿਹੜਾ ਕੁੱਤਾ ਗਾ। 24 ਈਅਰਸ ਜਿਉਂਦਾ ਉਹ, ਠੀਕ। 5 ਤੋਂ 13 ਤਾਂ ਨੋਰਮਲ ਸਾਰੇ ਜੀਂਦੇ ਨੇ। ਸੋ ਇਹ ਹੋ ਗਿਆ ਬੇਟਾ ਤੁਹਾਡਾ ਇਹ ਵਾਲਾ ਸਟੈਂਜਾ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਨੈਕਸਟ ਸਟੈਂਜਸ ਵੱਲ, ਦੇਖਦੇ ਹਾਂ ਇਹਦੇ ਬਾਰੇ। ਹਾਂਜੀ, 3rd ਪੈਰਾ ਆਪਣਾ ਸਟਾਰਟ ਹੋ ਰਿਹਾ। ਹੁਣ ਆਪਾਂ ਉਹ ਪੜ੍ਹਦੇ ਹਾਂ ਅਤੇ ਉਹਦੇ ਮੀਨਿੰਗ ਜਾਣਦੇ ਹਾਂ। ਪੈਨ ਲੈ ਲਈਏ। ਇਨ ਯੂਨਾਈਟਿਡ ਸਟੇਟ ਆਫ ਅਮਰੀਕਾ ਈਵਨ ਚਿਲਡਰਨ ਆਫ ਵੈਲਦੀ ਪੇਰੈਂਟਸ ਡੂ ਪਾਰਟ ਟਾਈਮ ਜੋਬਸ, ਕਹਿੰਦੇ ਅਮਰੀਕਾ ਦੇ ਵਿੱਚ ਅਮੀਰ ਮਾਂ ਬਾਪ ਦੇ ਬੱਚੇ ਵੀ ਪਾਰਟ ਟਾਈਮ ਜੋਬਸ ਕਰਦੇ ਨੇ। ਐਂਡ ਅਰਨ ਦੇਅਰ ਮਨੀ ਇੰਸਟੈਂਡ ਆਫ ਰਿਲਾਇੰਗ ਆਹ ਵਾਲਾ ਵਰਡ ਆ ਗਿਆ ਪੁੱਤ। ਰਿਲਾਇੰਗ ਦਾ ਮਤਲਬ ਹੁੰਦਾ ਕਿਸੇ 'ਤੇ ਨਿਰਭਰ ਹੋਣਾ, ਠੀਕ ਹੈ। ਦੇਅਰ ਪੇਰੈਂਟਸ ਫॉर ਐਵਰੀਥਿੰਗ, ਕਹਿੰਦਾ ਉਹ ਆਪਦਾ ਕੰਮ ਆਪ ਕਰਕੇ ਪੈਸੇ ਕਮਾਉਂਦੇ ਨੇ, ਆਪਣੇ ਮਾਤਾ ਪਿਤਾ 'ਤੇ ਨਿਰਭਰ ਹੋਣ ਦੀ ਬਜਾਏ। ਦਿਸ ਟੀਚ ਦ ਚਿਲਡਰਨ ਸੈਪਰਲ ਥਿੰਗਸ, ਇਹ ਬਹੁਤ ਚੀਜ਼ਾਂ ਸਿਖਾਉਂਦੀ ਹੈ ਬੱਚਿਆਂ ਨੂੰ। ਫॉर ਵਨ ਇਟ ਟੀਚ ਦੈਮ ਅਬਾਊਟ ਦ ਡਿਗਨਿਟੀ ਆਫ ਲੇਬਰ, no work is big or small and the work itself its dignity. Second, it teach children value of money and hard work. When you know how much work it takes to take money, you stop asking your parents to buy you things that are expensive and not necessary. ਕਹਿੰਦੇ ਜਿਹੜਾ ਕੰਮ ਕਰਦੇ ਨੇ, ਜਦੋਂ ਉਹ ਪਾਰਟ ਟਾਈਮ ਜੋਬਸ ਕਰਦੇ, ਉਹ ਬਹੁਤ ਚੀਜ਼ਾਂ ਉਹਨਾਂ ਨੂੰ ਸਿਖਾ ਦਿੰਦਾ ਕਿ ਕੰਮ ਦੀ ਕੀ ਮਹੱਤਤਾ, ਪੈਸੇ ਕਿਵੇਂ ਬਣਦੇ ਨੇ। ਜਦੋਂ ਇਹ ਜਾਣ ਜਾਂਦੇ ਨੇ, ਉਹ ਆਪਣੇ ਮਾਂ ਬਾਪ ਨੂੰ ਬੇਫਾਲਤੂ ਦੀਆਂ ਚੀਜ਼ਾਂ ਨਹੀਂ ਮੰਗਦੇ ਰਹਿੰਦੇ ਫਿਰ, ਠੀਕ ਹੈ। ਹੁਣ ਅੱਗੇ ਵੈਨ ਯੂ ਡੂ ਨੋ, ਹਾਂ ਇਹ ਤਾਂ ਪੜ੍ਹ ਲਿਆ ਨੈਸੈਸਰੀ ਤੱਕ। ਹਾਊ ਐਵਰ ਇਨ ਇੰਡੀਆ, ਹੁਣ ਦੇਖੋ ਪਹਿਲਾਂ ਅਮਰੀਕਾ ਦੀ ਗੱਲ ਹੋ ਰਹੀ ਸੀ, ਹੁਣ ਇੰਡੀਆ ਦੀ। ਇਟ ਇਜ਼ ਮੋਸਟਲੀ ਦਾ ਪੂਅਰ ਸਟੂਡੈਂਟ ਔਰ ਚਿਲਡਰਨ ਹੂ ਐਂਡ ਅਪ ਡੂਇੰਗ ਪਾਰਟ ਟਾਈਮ ਜੋਬਸ, ਸਿਰਫ ਪੂਅਰ ਚਿਲਡਰਨ ਹੀ ਜੋਬਸ ਕਰਦੇ ਨੇ ਪਾਰਟ ਟਾਈਮ ਟੂ ਸੈਪਲੀਮੈਂਟ ਦੇਅਰ ਫੈਮਲੀ ਇਨਕਮ, ਆਪਦੀ ਫੈਮਲੀ ਇਨਕਮ ਵਿੱਚ ਵਾਧਾ ਕਰਨ ਲਈ। The middle class and upper class school students do not generally do part-time work of
ਦਾ ਪ੍ਰੋਡਕਟਿਵ ਵੈਰਾਈਟੀ। ਕਹਿੰਦੇ ਜਿਹੜੇ ਮਿਡਲ ਕਲਾਸ ਨੇ ਜਾਂ ਅਪਰ ਕਲਾਸ ਨੇ ਉਹ ਕੋਈ ਕੰਮ ਨਹੀਂ ਕਰਦੇ। ਟੂ ਸਮ ਐਕਸਟੈਂਡ ਇਟ ਇਜ਼ ਆਲਸੋ ਬਿਕਾਊਜ਼ ਐਜ਼ ਅ ਸੁਸਾਇਟੀ ਵੀ ਡੂ ਨਾਟ ਇਨਕਰੇਜ ਚਿਲਡਰਨ ਟੂ ਵਰਕ। ਕਹਿੰਦੇ ਕੁਝ ਹੱਦ ਤੱਕ ਜਿਹੜੇ ਸਾਡੀ ਸੁਸਾਇਟੀ ਹੋਈ ਇੱਦਾਂ ਦੀ, ਅਸੀਂ ਬੱਚਿਆਂ ਨੂੰ ਇਨਕਰੇਜ ਹੀ ਨਹੀਂ ਕਰਦੇ ਵੀ ਕੰਮ ਕਰੋ। ਵੀ ਇਨ ਇੰਡੀਆ ਥਿੰਕ ਦੈਟ ਇਟ ਇਜ਼ ਬੈਟਰ ਟੂ ਸਟੱਡੀ ਐਂਡ ਗੈਟ ਗੁੱਡ ਗ੍ਰੇਡਸ। ਸਾਡੇ ਤਾਂ ਇਹੀ ਮੰਨਿਆ ਜਾਂਦਾ ਚੰਗਾ ਪੜ੍ਹ ਕੇ ਚੰਗੇ ਨੰਬਰ ਲੈ ਲਓ। ਦੈਟ ਵਨ ਕੈਨ ਹੈਵ ਖੁਸ਼ੀ, ਇਹ ਵਰਡ ਆਇਆ ਬੇਟਾ ਖੁਸ਼ੀ। ਖੁਸ਼ੀ ਮੀਨਸ ਹੁੰਦਾ ਟੂ ਈਜ਼ੀ, ਬਹੁਤ ਆਸਾਨ ਜੋਬ ਲੈ ਲਓ। ਇੰਸਟੈਂਟ ਆਫ ਡੂਇੰਗ, ਇਹ ਹੈਗਾ ਟਰੈਵਲ, ਇਹਦੇ ਮੀਨਸ ਹੁੰਦਾ ਫਾਲਤੂ ਤੁੱਛ ਵਰਕ, ਜਾਂ ਬਸ ਇਹ ਕਰਦੇ ਰਹਿੰਦੇ ਹਾਂ ਇਹਦੀ ਜਗ੍ਹਾ 'ਤੇ ਬੇਫਾਲਤੂ ਦੇ ਕੰਮ। However, some of the richest people in the world are ones who started working early even when they were children। ਕਹਿੰਦੇ ਜਿੰਨੇ ਵੀ ਕੁਝ ਲੋਕ ਨੇ ਜਿਹੜੇ ਰਿਚ ਨੇ ਸੰਸਾਰ ਦੇ ਵਿੱਚ, ਉਹਨਾਂ ਨੇ ਬਹੁਤ ਅਰਲੀ ਆਪਣੀ ਬਚਪਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਚਾਈਲਡਹੁੱਡ ਦੇ ਵਿੱਚ। ਸੋ ਪਹਿਰਾ ਪੜ੍ਹ ਲਿਆ, ਜਿੰਨੀਆਂ ਮੇਨ ਗੱਲਾਂ ਸੀ ਆਪਾਂ ਟਿਕ ਕਰ ਲਈਆਂ, ਸਮਝ ਲਈਆਂ। ਹੁਣ ਆਪਾਂ ਚੱਲਦੇ ਹਾਂ ਇਹਦੇ ਕੁਐਸਚਨਸ ਵੱਲ ਬੇਟਾ। ਹਾਂਜੀ ਇਹ ਲਓ ਹੁਣ ਆ ਗਿਆ ਵਿਚ ਟੂ ਕੰਟਰੀਜ਼ ਆਰ ਕੰਪੇਅਰਡ ਇਨ ਦਾ ਪੈਰਾਗ੍ਰਾਫ। ਪੈਰਾਗ੍ਰਾਫ ਦੇ ਵਿੱਚ ਕਿਹੜੇ ਦੋ ਕੰਟਰੀ ਕੰਪੇਅਰ ਕੀਤੇ ਨੇ, ਅਸੀਂ ਪੜ੍ਹਿਆ ਨਾ ਉੱਧਰ। ਇੱਕ ਪਹਿਲਾਂ ਅਮਰੀਕਾ ਦੀ ਗੱਲ ਹੋਈ, ਫਿਰ ਇੰਡੀਆ ਦੀ ਗੱਲ ਹੋਈ। ਦੇਖੋ ਕਿੱਥੇ ਪਿਆ ਇੰਡੀਆ ਐਂਡ ਅਮਰੀਕਾ, ਬੀਚ ਪਿਆ। ਇਨ ਇੰਡੀਆ ਹੂ ਡੂ ਪਾਰਟ ਟਾਈਮ ਜੋਬਸ ਟੂ ਸਪਲੀਮੈਂਟ ਦੇਅਰ ਫੈਮਲੀ ਇਨਕਮ। ਕੌਣ ਕੰਮ ਕਰਦਾ ਇੱਥੇ? ਪੂਅਰ ਕਰਦੇ ਨੇ, ਆਪਾਂ ਪੜ੍ਹਿਆ ਉੱਥੇ। ਸੋ ਸੀ ਆਨਸਰ। ਡੂਇੰਗ ਪਾਰਟ ਟਾਈਮ ਜੋਬਸ ਅਲੋਂਗ ਵਿਦ ਸਟੱਡੀਜ਼ ਟੀਚਿਸ, ਕੀ ਸਿਖਾ ਰਿਹਾ ਜਿਹੜਾ ਪਾਰਟ ਟਾਈਮ ਜੋਬ ਕਰ? ਡਿਗਨਿਟੀ ਆਫ ਲੇਬਰ, ਹਾਂ ਸਿਖਾ ਰਿਹਾ। ਦ ਵੈਲਿਊ ਆਫ ਮਨੀ, ਯੈਸ। ਹਾਰਡ ਵਰਕ, ਯੈਸ। ਸੋ ਆਲ ਦਾ ਅਬਾਬ ਇਹਦਾ ਆਨਸਰ ਆਊ। ਸਾਰੀਆਂ ਚੀਜ਼ਾਂ ਸਿਖਾ ਰਿਹਾ ਹੈ ਜਿਹੜਾ ਪਾਰਟ ਟਾਈਮ ਜੋਬ ਕਰਦਾ। ਹਾਂਜੀ ਹਾਂਜੀ ਬੇਟਾ ਹੁਣ ਆਪਾਂ ਆ ਗਏ ਇਹਦੇ ਚੌਥੇ ਕੁਐਸਚਨ 'ਤੇ। ਵੀ ਇਨ ਇੰਡੀਆ ਥਿੰਕ ਦੈਟ ਇਟ ਇਜ਼ ਬੈਟਰ ਟੂ ਡੈਸ਼ ਐਂਡ ਗੈਟ ਗੁੱਡ ਗ੍ਰੇਡਸ। ਕੀ ਕਰਨਾ ਸਾਡਾ ਬੈਟਰ ਮੰਨਦੇ ਆ ਵੀ ਪੜ੍ਹ ਲਓ ਚੰਗੇ ਨੰਬਰ ਲੈ ਲਓ। ਡੀ ਆਨਸਰ ਆ ਸਟੱਡੀ। ਫਾਈਂਡ ਦਾ ਸਿਨੋਨਿਮ ਆਫ ਦਾ ਵਰਡ ਕੋਸਟਲੀ। ਕੋਸਟਲੀ ਮੀਨਸ ਹੁੰਦਾ ਕੀਮਤੀ। ਹੁਣ ਇੱਥੇ ਵੈਲਦੀ ਤਾਂ ਹੁੰਦਾ ਸਿਹਤਮੰਦ, ਚੀਪ ਸਸਤਾ, ਗੁੱਡ ਵਧੀਆ। ਐਕਸਪੈਂਸਿਵ ਮੀਨਸ ਹੁੰਦਾ ਗਾ ਕੋਸਟਲੀ। ਸਿਨੋਨਿਮ ਕਿਹਾ ਉਹਨਾਂ ਨੇ, ਸਿਨੋਨਿਮ ਹੁੰਦਾ ਸਿਮੀਲਰ ਵਰਡ ਜਿਹਦਾ ਸੇਮ ਮੀਨਿੰਗ ਹੋਵੇ। ਸੋ ਕੋਸਟਲੀ ਦਾ ਕੀ ਆ ਗਿਆ? ਐਕਸਪੈਂਸਿਵ। ਹਾਂਜੀ ਬੇਟਾ ਇਹ ਸੀ ਤੁਹਾਡੇ ਪੈਰਾਗ੍ਰਾਫ। ਜਦ ਕਿ ਪੈਰਾਗ੍ਰਾਫ ਤਾਂ ਉੱਥੇ ਅਨਸੀਨ ਪੈਸੇਜ 10-15 ਅਵੇਲੇਬਲ ਨੇ। ਸੋ ਇਸ ਵੀਡੀਓ ਬਾਹਲੀ ਲੰਬੀ ਹੋ ਜੂਗੀ, ਇਹਦੇ ਵਿੱਚ ਇਹੀ 3 ਮੈਂ ਐਕਸਪਲੇਨ ਕਰੇ ਨੇ ਆਲਰੇਡੀ। 12-13 ਮਿੰਟ ਦੀ ਵੀਡੀਓ ਹੋ ਗਈ ਆ। ਸੋ ਬਾਕੀ ਅਗਲੀ ਵੀਡੀਓ 'ਚ ਕਰਦੇ ਹਾਂ ਐਕਸਪਲੇਨ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਿਊ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ। ਬਾਏ ਫॉर ਨਾਓ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਪਾਰਟ 2 ਅਨਸੀਨ ਪੈਸੇਜ। ਓਕੇ ਬਾਏ।